ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਪੰਜਵਾ। ਪੈ ਪਾਏ ਮਨਾਈ ਸੋਏ ਜੀਓ। ਸਤਿਗੁਰ ਪੁਰਖ ਮਿਲਾਇਆ ਤਿਸ ਜੀਵੜ ਅਵਰ ਨ ਕੋਏ ਜੀਓ। ਪੈ ਪਾਏ ਮਨਾਈ ਸੋਏ ਜੀਓ। ਸਤਿਗੁਰ ਪੁਰਖ ਮਿਲਾਇਆ ਤਿਸ ਜੀਵੜ ਅਵਰ ਨ ਕੋਏ ਜੀਓ। ਰਹਾਉ ਗੁਸਾਈ ਮਹੰਡਾ ਇਠੜਾ ਯਮ ਆਪੇ ਥਾਵੋ ਮਿਠੜਾ। ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਹੀਂ ਕੋਏ ਜੀਓ। ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਹੀਂ ਕੋਏ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ। ਜੋ ਸ਼ਬਦ ਆਪ ਜੀ ਨੇ ਸਰਵਣ ਕੀਤਾ, ਇਹ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਛਤਰ ਚਵਰ ਤਖਤ ਦੇ ਮਾਲਕ ਆਪ ਪਰਮੇਸ਼ਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 73 ਉੱਪਰ ਸੁਭਾਏਮਾਨ ਹੈ। ਇਸ ਪਵਿੱਤਰ ਸ਼ਬਦ ਰਾਹੀਂ ਪੰਜਵੇਂ ਪ੍ਰੀਤਮ ਕੀ ਬਖਸ਼ਿਸ਼ ਕਰਦੇ ਹਨ ਕਿ ਆਓ ਉਸ ਗੁਰੂ ਪਰਮੇਸ਼ਰ ਨੂੰ ਮਨਾਉਣਾ ਕਰੀਏ, ਖੁਸ਼ ਕਰੀਏ ਤਾਂ ਕਿ ਸਾਡੀ ਰਕਸ਼ਾ ਕਰੇ। ਦੱਸਦੇ ਆ ਉਥਾਨਕਾ ਦੇ ਮੁਤਾਬਕ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਛਿੰਝ ਪਈ ਹੈ, ਮੱਲਾਂ ਦਾ ਅਖਾੜਾ ਲੱਗਿਆ ਪਹਿਲਵਾਨਾਂ ਦਾ। ਪਹਿਲਵਾਨ ਘੁਲਣ ਵਾਸਤੇ ਆਏ ਨੇ ਤੇ ਸਿੱਖਾਂ ਨੇ ਸੁਣਿਆ ਜਦ ਕੁਝ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਆਪਾਂ ਮੱਲਾਂ ਦੇ ਘੋਲ ਦੇਖ ਕੇ ਆਈਏ ਭਲਾ। ਜਦੋਂ ਇਹ ਬਚਨ ਚੱਲੇ ਮੱਲਾਂ ਦੇ ਘੋਲ ਨੇ ਸਤਿਗੁਰਾਂ ਦੇ ਕੋਲ, ਤੇ ਪਾਤਸ਼ਾਹ ਕਹਿੰਦੇ ਆਪਾਂ ਵੀ ਤਾਂ ਮੱਲ ਹਾਂ, ਆਪਾਂ ਵੀ ਪਹਿਲਵਾਨ ਬਣਾ ਕੇ ਭੇਜਿਆ। ਪਰਮੇਸ਼ਰ ਨੇ ਸਾਨੂੰ ਇਸੇ ਸ਼ਬਦ ਵਿੱਚ ਅੱਗੇ ਇੱਕ ਪਦਾ ਆਉਂਦਾ ਹੈ, ਹਉ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ। ਸਭ ਹੋਈ ਛਿੰਝ ਇਕੱਠੀਆ ਦਇਓ ਬੈਠਾ ਵੇਖੈ ਆਪ ਜੀਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਭਈ ਸਿੱਖੋ ਆਪਾਂ ਵੀ ਇੱਕ ਪਹਿਲਵਾਨ ਬਣ ਕੇ ਆਏ ਆ ਤੇ ਆਪਾਂ ਹਰਾਉਣਾ ਕਿਹਨੂੰ ਹੈ? ਪੰਜਾਂ ਵਿਕਾਰਾਂ ਨੂੰ। ਤੇ ਕੋਈ ਪਹਿਲਵਾਨ ਘੁਲਣ ਤੋਂ ਪਹਿਲਾਂ ਆਪਣੇ ਉਸਤਾਦ ਦੇ, ਆਪਣੇ ਗੁਰੂ ਦੇ, ਪਰਮੇਸ਼ਰ ਦੇ ਜਾਂ ਪਰਮਾਤਮਾ ਦੇ ਅੱਗੇ ਬੇਨਤੀ ਕਰਦਾ ਹੈ ਕਿ ਮੈਂ ਜਿੱਤ ਜਾਵਾਂ। ਹਰੇਕ ਪਹਿਲਵਾਨ ਅਖਾੜੇ ਦੇ ਵਿੱਚ ਘੁਲਣ ਤੋਂ ਪਹਿਲਾਂ ਧਰਤੀ ਦੀ ਮਿੱਟੀ ਚੱਕ ਕੇ ਧਰਤੀ ਨੂੰ ਨਮਸਕਾਰ ਕਰਦਾ ਹੈ, ਪਰਮੇਸ਼ਰ ਨੂੰ ਨਮਸਕਾਰ ਕਰਦਾ ਹੈ ਤੇ ਫਿਰ ਆਪਣੇ ਉਸਤਾਦ ਗੁਰੂ ਨੂੰ ਨਮਸਕਾਰ ਵੀ ਕਰਦਾ ਹੈ ਕਿ ਮੈਂ ਜਿੱਤ ਜਾਵਾਂ। ਆਓ ਉਸੇ ਤਰ੍ਹਾਂ ਹੀ ਸਿੱਖੋ ਆਪਾਂ ਵੀ ਉਸ ਪਰਮੇਸ਼ਰ ਨੂੰ ਮਨਾਈਏ ਪਹਿਲਾਂ, ਕਿਉਂਕਿ ਆਪਾਂ ਵੀ ਪੰਜਾਂ ਵਿਕਾਰਾਂ ਨੂੰ ਢਾਉਣਾ ਹੈ। ਪੰਜਾਂ ਵਿਕਾਰਾਂ ਨਾਲ ਸਾਡਾ ਵੀ ਘੋਲ ਬੰਨਿਆ ਹੋਇਆ। ਮੈਂ ਵੀ ਉਸ ਪਰਮੇਸ਼ਰ ਦਾ ਪਹਿਲਵਾਨ ਹਾਂ ਤੇ ਇਹ ਦਸਤਾਰ ਮੈਨੂੰ ਪਰਮੇਸ਼ਰ ਨੇ ਦਿੱਤੀ ਹੈ। ਜਿਸ ਤਰ੍ਹਾਂ ਪਹਿਲਵਾਨਾਂ ਦੇ ਘੋਲ ਵਿੱਚ ਇੱਕ ਝੰਡੀ ਗੱਡੀ ਹੁੰਦੀ ਆ, ਔਰ ਝੰਡੀ ਉਸ ਪਹਿਲਵਾਨ ਲਈ ਹੁੰਦੀ ਆ ਜਿਹੜਾ ਪਹਿਲਵਾਨ ਜਿੱਤ ਜਾਵੇ ਸਾਰਿਆਂ ਨੂੰ, ਜਿਹਨੂੰ ਕੋਈ ਢਾਹ ਨਾ ਸਕੇ। ਅਖੀਰ ਤੇ ਉਸ ਝੰਡੀ ਨੂੰ ਉਹ ਪਹਿਲਵਾਨ ਲੈ ਜਾਂਦਾ ਹੈ। ਨਗਰ ਨਿਵਾਸੀ ਸਤਿਕਾਰ ਸਹਿਤ ਉਸ ਨੂੰ
ਉਹ ਝੰਡੀ ਵਾਲੇ ਪੈਸੇ ਜਿਹੜੇ ਹੁੰਦੇ ਹਨ ਉਹ 'ਚ ਬੰਨੇ ਹੋਏ ਉਹਨੂੰ ਦੇ ਦਿੰਦੇ ਆ ਇਨਾਮ ਦੇ ਤੌਰ 'ਤੇ। ਇਸੇ ਤਰ੍ਹਾਂ ਹੀ ਸਾਨੂੰ ਵੀ ਅਕਾਲ ਪੁਰਖ ਨੇ, ਗੁਰੂ ਨੇ ਸੁੰਦਰ ਦਸਤਾਰ ਦਿੱਤੀ ਆ। ਗੁਰਮਤਿ ਵਿੱਚ ਪੱਗ ਦੇਣੀ ਹੁੰਦੀ ਹੈ, ਪੱਗ ਦੇਣੀ ਹੁੰਦੀ ਹੈ, ਸਤਿਕਾਰ ਦੇਣਾ ਵੀ ਤੂੰ ਮੋਹਰੀ ਹੈ ਸਭ ਦਾ, ਤੂੰ ਇਹਨਾਂ ਦਾ ਮਾਰਗ ਦਰਸ਼ਨ ਕਰ। ਮਾਨੋ ਇਹ ਸਾਨੂੰ ਇੱਕ ਝੰਡੀ ਦਿੱਤੀ ਹੈ, ਇੱਕ ਸਰੋਪਾ ਦਿੱਤਾ ਹੈ, ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਦੁਮਾਲਾ ਕਹਿੰਦੇ ਆ ਦਸਤਾਰ ਨੂੰ, ਪੱਗ ਨੂੰ। ਪਰਮੇਸ਼ਰ ਨੇ ਸਾਨੂੰ ਇਹ ਸੁੰਦਰ ਦਸਤਾਰ ਦਿੱਤੀ, ਦੁਮਾਲਾ ਦਿੱਤਾ। ਆਓ ਆਪਾਂ ਵੀ ਉਸ ਗੁਰੂ ਪਰਮੇਸ਼ਰ ਦੇ ਪੈਰੀਂ ਪਈਏ, ਉਹਨੂੰ ਮਨਾਈਏ, ਉਹਦੀ ਪੂਜਾ ਅਰਚਨਾ ਕਰੀਏ, ਉਹਨੂੰ ਖੁਸ਼ ਕਰੀਏ, ਤਾਂ ਕਿ ਉਹ ਸਾਡੀ ਮਦਦ ਕਰੇ ਇਹਨਾਂ ਵਿਕਾਰਾਂ ਨੂੰ ਜਿੱਤਣ ਵਿੱਚ। ਕਹੋ ਸਤਿਨਾਮ ਸ੍ਰੀ ਅਕਾਲ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸ਼ਬਦ ਨੂੰ ਆਰੰਭ ਕਰਦੇ ਹਨ। ਪੈ ਪਾਏ ਮਨਾਈ ਸੋਏ ਜੀਓ। ਜਿਸ ਤਰ੍ਹਾਂ ਪਹਿਲਵਾਨ ਕੁਸ਼ਤੀ ਕਰਨ ਵੇਲੇ ਪਹਿਲਾਂ ਪਰਮੇਸ਼ਰ ਨੂੰ ਸਿਮਰਦਾ ਹੈ, ਆਓ ਆਪਾਂ ਵੀ ਸਤਿਗੁਰ ਦੀ ਕਿਰਪਾ ਦੁਆਰਾ ਉਸ ਤਤ ਪਦ ਦੇ ਲਖਾਇਕ ਬਣਨ ਲਈ, ਉਸ ਤਤ ਪਦ ਨੂੰ ਜਾਣਨ ਲਈ ਪਰਮੇਸ਼ਰ ਦੇ ਤਾਈਂ ਆਪਣੀ ਅਰਦਾਸ ਬੇਨਤੀ ਕਰੀਏ, ਜੋਦੜੀ ਕਰੀਏ। ਕਾਹਦੇ ਵਾਸਤੇ? ਜਿਗਿਆਸੂ ਜਣੋ, ਕਿ ਸਾਡੀ ਇਹਨਾਂ ਪੰਜਾਂ ਵਿਕਾਰਾਂ 'ਤੇ ਜਿੱਤ ਹੋਵੇ। ਇਹਦੇ ਲਈ ਆਪਾਂ ਬੇਨਤੀ ਕਰੀਏ। ਤੇ ਜਦ ਅਕਾਲ ਪੁਰਖ ਅੱਗੇ ਬੇਨਤੀ ਕਰਾਂਗੇ ਤੇ ਫਿਰ ਅਕਾਲ ਪੁਰਖ ਕੋਈ ਢੋ ਬਣਾਏਗਾ, ਕੋਈ ਢੋ ਢਵਾਏਗਾ, ਕੋਈ ਜੁਗਤ ਬਣਾਏਗਾ। ਤੇ ਪਰਮੇਸ਼ਰ ਕੀ ਜੁਗਤ ਬਣਾਉਂਦਾ? ਸਾਨੂੰ ਗੁਰੂ ਕੋਲੇ ਭੇਜਦਾ, ਕਿਉਂਕਿ ਮਾਤ ਲੋਕ ਵਿੱਚ ਗੁਰੂ ਹੈ ਔਰ ਆਕਾਸ਼ ਲੋਕ ਵਿੱਚ ਪਰਮੇਸ਼ਰ ਹੈ। ਪਰਮੇਸ਼ਰ ਤੇ ਗੁਰੂ ਦੋਨੇ ਰਲ ਕੇ ਕੰਮ ਕਰਦੇ ਆ। ਇੱਥੇ ਗੁਰੂ ਹੀ ਵੱਡਾ ਹੈ, ਉੱਥੇ ਪਰਮੇਸ਼ਰ ਹੈ। ਸਾਰਾ ਸੰਸਾਰ ਪਰਮੇਸ਼ਰ ਅੱਗੇ ਬੇਨਤੀ ਕਰਦਾ ਤੇ ਪਰਮੇਸ਼ਰ ਜਿਵੇਂ ਜਿਵੇਂ ਠੀਕ ਲੱਗਦਾ ਉਹਨਾਂ ਨੂੰ ਗੁਰੂ ਦੇ ਕੋਲ ਭੇਜ ਦਿੰਦਾ। ਤੇ ਫਿਰ ਸਿੱਖ ਗੁਰੂ ਦੇ ਅੱਗੇ ਅਰਦਾਸ ਕਰਦਾ। ਆਪਾਂ ਸਾਰੇ ਗੁਰੂ ਅੱਗੇ ਅਰਦਾਸ ਕਰਦੇ ਹਾਂ। ਤਰ੍ਹਾਂ ਤਰ੍ਹਾਂ ਦੀਆਂ ਅਰਦਾਸਾਂ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਆਪਾਂ ਗੁਰੂ ਚਰਨਾਂ ਵਿੱਚ ਕਰਦੇ ਹਾਂ। ਔਰ ਇਸ ਅਰਦਾਸ ਦਾ ਸਦਕਾ ਕੀ ਹੁੰਦਾ ਹੈ ਕਿ ਸਾਡੇ ਕਾਰਜ ਰਸ ਹੋ ਜਾਂਦੇ ਆ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਕੁਝ ਕੋਈ ਮੰਗਦਾ ਹੈ ਪਰਮੇਸ਼ਰ ਉਹਨੂੰ ਉਹੀ ਵਸਤੂ ਦਿੰਦਾ ਜਾ ਰਿਹਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਆਪਣੇ ਵਿਰੋਧੀਆਂ ਨੂੰ ਜਿੱਤਣ ਵਾਸਤੇ, ਢਾਉਣ ਵਾਸਤੇ ਪਹਿਲਾਂ ਆਪਣੇ ਗੁਰੂ ਪੀਰ ਮੁਰਸ਼ਿਦ ਨੂੰ ਮਨਾਉਣਾ ਚਾਹੀਦਾ ਹੈ ਕਿ ਮੇਰੀ ਜਿੱਤ ਹੋਵੇ। ਜਿਵੇਂ ਪਹਿਲਵਾਨ ਮਨਾਉਂਦਾ ਹੈ, ਸਹਾਇਤਾ ਲਈ ਪੁਕਾਰ ਕਰਦਾ ਹੈ ਤੇ ਪਰਮੇਸ਼ਰ ਨੇ ਕਿਰਪਾ ਕੀਤੀ। ਸਤਿਗੁਰ ਪੁਰਖ ਮਿਲਾਇਆ ਤਿਸ ਜੀਵਨ ਅਵਰ ਨ ਕੋਏ ਜੀਓ। ਪਰਮੇਸ਼ਰ ਨੇ ਮੈਨੂੰ ਕਿਹਾ ਤੂੰ ਗੁਰੂ ਕੋਲ ਜਾ, ਗੁਰੂ ਹੀ ਤੇਰੀ ਰਕਸ਼ਾ ਕਰ ਸਕਦਾ, ਉਸ ਤੋਂ ਵੱਡਾ ਕੋਈ ਨਹੀਂ ਹੈ। ਤੂੰ ਗੁਰੂ ਕੋਲ ਜਾ, ਗੁਰੂ ਹੀ ਤੇਰੀ ਰਕਸ਼ਾ ਕਰੇਗਾ। ਪਰਮੇਸ਼ਰ ਨੇ ਗੁਰੂ ਕੋਲ ਭੇਜ ਦਿੱਤਾ। ਕਿਉਂਕਿ ਪਰਮੇਸ਼ਰ ਤਾਂ ਉਹ ਹਸਤੀ ਹੈ ਜਿਹਦੀ ਦਿਖਣ ਵਿੱਚ ਨਹੀਂ ਆਉਂਦੀ ਤੇ ਗੁਰੂ ਦਿਸਦਾ ਹੈ। ਉਹ ਜੋਤ ਨੂੰ, ਉਸ ਅਕਾਲ ਪੁਰਖ ਨੂੰ ਜਾਣਨ ਲਈ ਵੀ ਸਾਨੂੰ ਗੁਰੂ ਦੀ ਸਹਾਇਤਾ ਦੀ ਲੋੜ ਪੈਂਦੀ ਹੈ। ਤਾਂ ਤੇ ਸਿੱਖੋ ਗੁਰੂ ਅੱਗੇ ਅਰਦਾਸ ਕਰੀਏ ਹੁਣ। ਪਰ ਉਸ ਤੋਂ ਪਹਿਲਾਂ ਗੁਰੂ ਦੀ ਥੋੜ੍ਹੀ ਸਿਫਤ ਕਰ ਲਈਏ। ਕਿੱਦਾਂ? ਕਿ ਮੇਰੇ ਲਈ ਤੇਰੇ ਵਰਗਾ ਹੋਰ ਕੋਈ ਨਹੀਂ ਹੈ, ਬਸ ਤੂੰ ਹੀ ਮੇਰਾ ਸਭ ਕੁਝ ਹੈ। ਇਹ ਕੇਵਲ ਕਹਿਣ ਮਾਤਰ ਨਹੀਂ, ਮੰਨਣ ਵਿੱਚ ਵੀ ਹੋਣਾ ਚਾਹੀਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੇ ਜੀਵਨ ਅਵਰ ਨ ਕੋਏ ਜੀਓ ਰਹਾਓ। ਗੋਸਾਈ ਮਹੰਡਾ ਇਠੜਾ। ਗੋ ਹੁੰਦੀ ਹੈ ਸ੍ਰਿਸ਼ਟੀ, ਸਾਈ ਹੁੰਦਾ ਇਹਦਾ ਮਾਲਕ। ਇਹ ਸ੍ਰਿਸ਼ਟੀ ਦੇ ਮਾਲਕ ਸਤਿਗੁਰੂ,
ਮਹਿੰਡਾ ਮਹਿੰਡਾ ਹੈ ਗੁਰੂ ਪਿਆਰਿਓ ਸ਼ਬਦ, ਇਹਦਾ ਅਰਥ ਹੈ ਮੇਰਾ। ਜਿਹੜਾ ਮਹਿੰਡਾ ਸ਼ਬਦ ਹੈ, ਲੰਮੇ ਦੇਸ਼ ਦੇ ਵਿੱਚ, ਪਿਸ਼ਾਵਰ ਦੇ ਵਿੱਚ, ਮੁਲਤਾਨ ਦੇ ਵਿੱਚ ਟੈਂਡਾ ਮਹਿੰਡਾ ਆਦਿ ਸ਼ਬਦ ਵਰਤੇ ਜਾਂਦੇ ਹਨ। ਟੈਂਡਾ ਮਹਿੰਡਾ ਤੇਰਾ ਤੇ ਮੇਰਾ। ਡਿੱਠੜਾ ਦੇਖਣਾ, ਅਲੱਗ-ਅਲੱਗ ਇਲਾਕਿਆਂ ਦੀ ਅਲੱਗ-ਅਲੱਗ ਬੋਲੀ ਹੁੰਦੀ ਆ। ਇੱਥੇ ਸ਼ਬਦ ਮਹਿੰਡਾ ਵਰਤਿਆ ਗਿਆ। ਇਠੜਾ ਬਹੁਤ ਪਿਆਰਾ, ਹਿਰਦੇ ਕਰਕੇ ਪਿਆਰਾ। ਤੂੰ ਮੇਰਾ ਬਹੁਤ ਪਿਆਰਾ ਮਾਲਕ ਹੈ। ਗੁਸਾਈ, ਹੇ ਸ੍ਰਿਸ਼ਟੀ ਦੇ ਮਾਲਕਾ, ਤੂੰ ਹੀ ਮੈਨੂੰ ਸਭ ਤੋਂ ਪਿਆਰਾ ਹੈ। ਅੰਮ ਅੱਬੇ ਥਾਵੋ ਮਿੱਠੜਾ, ਮਾਂ ਪਿਓ ਤੋਂ ਵੀ ਨੇੜੇ ਤੂੰ ਹੈ। ਕਿਉਂਕਿ ਜਿੱਥੇ ਮਾਂ ਪਿਓ ਵੀ ਨਹੀਂ ਪਹੁੰਚ ਸਕਦਾ, ਉੱਥੇ ਪਰਮੇਸ਼ਰ ਫਿਰ ਪਹੁੰਚਦਾ ਹੈ। ਕਈ ਵਾਰੀ ਮਾਂ ਪਿਓ ਵੀ ਬੱਚੇ ਦੇ ਵਾਸਤੇ ਪਰਮੇਸ਼ਰ ਅੱਗੇ ਅਰਦਾਸ ਕਰਦੇ ਆ, ਕੋ ਸਤਨਾਮ। ਜਿੱਥੇ ਸਾਡੀ ਪਹੁੰਚ ਨਹੀਂ, ਉੱਥੇ ਤੇਰੀ ਪਹੁੰਚ ਹੈ। ਜਿਸ ਤਰ੍ਹਾਂ ਬਾਬਾ ਫਰੀਦ ਜੀ ਦੀ ਗੱਲ ਕਰੀਏ, ਬਚਪਨ ਦੇ ਵਿੱਚ ਬਾਬਾ ਫਰੀਦ ਦੀ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਅੱਲਾ ਦੀ ਭਗਤੀ ਵਿੱਚ ਲਾਇਆ। ਜਦ ਪਹਿਲੇ ਦਿਨ ਫਰੀਦ ਨੂੰ ਕਿਹਾ ਵੀ ਪੁੱਤ ਭਗਤੀ ਕਰਨੀ ਚਾਹੀਦੀ ਹੈ, ਬੰਦੇ ਨੂੰ ਨਾਮ ਜਪਣਾ ਚਾਹੀਦਾ, ਤੇ ਬੱਚੇ ਦਾ ਸਵਾਲ ਹੁੰਦਾ ਫੇਰ ਕੀ ਮਿਲੂਗਾ? ਇਹ ਆਪਣਾ ਸਭ ਦਾ ਹੀ ਸਵਾਲ ਹੈ। ਤੇ ਫਰੀਦ ਨੇ ਵੀ ਕਿਹਾ ਹੋਣਾ ਕਿ ਫੇਰ ਕੀ ਮਿਲੂਗਾ। ਤੇ ਬੇਬੇ ਨੇ ਫਿਰ ਦੇਖਿਆ ਵੀ ਹੁਣ ਇਹਨੂੰ ਕਾਹਦਾ ਲਾਲਚ ਦੇਵਾਂ ਜਿਹਦੇ ਨਾਲ ਲੱਗ ਜਾਵੇ। ਬੱਚੇ ਨੂੰ ਮਿੱਠੇ ਦਾ ਲਾਲਚ ਹੁੰਦਾ, ਤੇ ਮਾਂ ਕਹਿੰਦੀ ਪੁੱਤ ਫਿਰ ਸ਼ੱਕਰ ਮਿਲਦੀ ਆ, ਕਹੋ ਸਤਨਾਮ ਸਿੰਘ। ਗੁਰੂ ਘਰ 'ਚ ਪ੍ਰਸ਼ਾਦ ਦਿੱਤਾ ਜਾਂਦਾ। ਮੁਸਲਮਾਨੀ ਮੱਤ ਵਿੱਚ ਸ਼ੱਕਰ ਵੰਡੀ ਜਾਂਦੀ ਹੈ, ਕਿਉਂਕਿ ਸਭ ਤੋਂ ਪੁਰਾਤਨ ਪ੍ਰਸ਼ਾਦ ਹੈ ਸ਼ੱਕਰ ਤੇ ਗੁੜ। ਲਗਭਗ ਇਹ ਵੰਡੇ ਜਾਂਦੇ ਸੀ। ਅੱਜ ਵੀ ਮੁਸਲਮਾਨੀ ਮੱਤ ਵਿੱਚ ਸ਼ੱਕਰ ਦਾ ਹੀ ਚੜਾਵਾ ਚੜ੍ਹਦਾ ਹੈ। ਤੇ ਬਾਬਾ ਫਰੀਦ ਜੀ ਕਹਿੰਦੇ ਪੁੱਤਰ ਸ਼ੱਕਰ ਮਿਲਦੀ ਹੈ। ਅੱਛਾ, ਫਿਰ ਤਾਂ ਬੜੀ ਵਧੀਆ ਗੱਲ ਹੈ। ਤੇ ਫਰੀਦ ਨੇ ਉੱਠਣਾ ਤੜਕੇ, ਆਪਣੀ ਚਾਦਰ ਵਿਛਾਉਣੀ ਔਰ ਉਸ ਦੇ ਉੱਪਰ ਬੈਠ ਕਰਕੇ ਉਸਨੇ ਆਪਣੀ ਨਵਾਜ਼ ਕਰਨੀ, ਅੱਲਾ ਅੱਲਾ ਕਰਨਾ, ਨਾਮ ਜਪਣਾ। ਫਰੀਦ ਦਾ ਧਿਆਨ ਨਾਮ ਜਪਣ 'ਚ ਹੁੰਦਾ, ਭਗਤੀ 'ਚ ਹੁੰਦਾ। ਬੇਬੇ ਨੇ ਬੋਚ ਕੇ ਕੌਲੀ 'ਚ ਪਾ ਕੇ ਸ਼ੱਕਰ ਉਹਦੀ ਚਾਦਰ ਦੇ ਪੱਲੇ ਹੇਠਾਂ ਰੱਖ ਦਿੰਦੀ, ਕੋ ਸਤਨਾਮ ਸ੍ਰੀ। ਤੇ ਜਾਂ ਫਿਰ ਗੁਰੂ ਪਿਆਰਿਓ ਸ਼ੱਕਰ ਖਾਣ ਤੋਂ ਪਹਿਲਾਂ ਉਹਨੇ ਭਗਤੀ ਕਰਕੇ ਚਾਦਰ ਚੱਕਣੀ, ਥੱਲਿਓਂ ਸ਼ੱਕਰ ਨਿਕਲਣੀ, ਤੇ ਬਾਬੇ ਫਰੀਦ ਨੇ ਖਾਣੀ ਤੇ ਖੁਸ਼ ਹੋਣਾ। ਇਸ ਲਾਲਚ ਕਰਕੇ ਬਾਬਾ ਫਰੀਦ ਜੀ ਕਹਿੰਦੇ ਭਗਤੀ ਵਿੱਚ ਪੈ ਗਏ। ਸਮਾਂ ਬਤੀਤ ਹੁੰਦਾ ਗਿਆ। ਇੱਕ ਦਿਨ ਕੁਦਰਤੀ ਮਾਤਾ ਨੂੰ ਕਿਧਰੇ ਗਰਾਂ ਜਾਣਾ ਪੈ ਗਿਆ। ਜਿੱਥੇ ਗਈ ਤੇ ਸ਼ਾਮਾਂ ਨੂੰ ਮੁੜ ਨਾ ਸਕੀ। ਜਦ ਸ਼ਾਮਾਂ ਨੂੰ ਮੁੜ ਨਾ ਸਕੀ, ਉਹਨੂੰ ਸੋਚਿਆ ਵੀ ਜੇ ਅੱਜ ਫਰੀਦ ਨੂੰ ਸ਼ੱਕਰ ਨਾ ਮਿਲੀ ਤੇ ਫਰੀਦ ਨੇ ਟੁੱਟ ਜਾਣਾ ਅੱਲਾ ਨਾਲੋਂ, ਖੁਦਾ ਨਾਲੋਂ। ਹੁਣ ਮੈਂ ਕੀ ਕਰਾਂ, ਮੈਂ ਤਾਂ ਪਹੁੰਚ ਨਹੀਂ ਸਕਦੀ। ਫਿਰ ਉੱਥੋਂ ਬਾਬੇ ਫਰੀਦ ਦੀ ਮਾਤਾ ਨੇ ਅਰਦਾਸ ਜੋਦੜੀ ਬੇਨਤੀ ਕੀਤੀ, ਹੈ ਅੱਲਾ ਪਾਕ, ਮੈਂ ਆਪਣੇ ਪੁੱਤਰ ਨੂੰ ਤੇਰੇ ਨਾਲ ਜੋੜਿਆ ਔਰ ਮੈਂ ਪੁੱਤਰ ਦਾ ਭਰੋਸਾ ਬਣ ਕੇ ਰੱਖ। ਅੱਜ ਮੈਂ ਤਾਂ ਨਹੀਂ ਪਹੁੰਚ ਸਕਦੀ, ਤੂੰ ਕਿਰਪਾ ਕਰ ਇਹਨੂੰ ਸ਼ੱਕਰ ਪਹੁੰਚਾ ਦੇ, ਨਹੀਂ ਤਾਂ ਬੱਚੇ ਨੇ ਟੁੱਟ ਜਾਣਾ। ਕੋ ਸਤਨਾਮ ਸ੍ਰੀ। ਬਸ ਇੰਨੀ ਕਿਰਪਾ ਕਰਦੀ ਕਿ ਇਸ ਨੂੰ ਅੱਜ ਨਵਾਜ਼ ਕਰਨ ਤੋਂ ਬਾਅਦ ਸ਼ੱਕਰ ਮਿਲ ਜਾਵੇ। ਹੁਣ ਬੇਬੇ ਤਾਂ ਕੌਲੀ 'ਚ ਭੋਰਾ ਪਾ ਕੇ ਰੱਖਦੀ ਹੋਣੀ ਹੈ। ਬਾਬੇ ਫਰੀਦ ਨੇ ਰੂਟੀਨ ਮੁਤਾਬਕ ਆਪਣੀ ਉਹ ਚਾਦਰ ਵਿਛਾਈ, ਉਹਦੇ ਉੱਪਰ ਬੈਠ ਕਰਕੇ ਭਗਤੀ ਸ਼ੁਰੂ ਕੀਤੀ। ਜਦ ਭਗਤੀ ਸ਼ੁਰੂ ਕੀਤੀ ਤੇ ਸਮਾਪਤੀ ਕੀਤੀ, ਤੇ ਜਦ ਚੱਕੀ ਚਾਦਰ ਦੇ ਥੱਲੇ ਸ਼ੱਕਰ ਦਾ ਢੇਰ ਲੱਗਿਆ ਪਿਆ, ਦੇਂਦਾ ਦੇ ਲੈਂਦੇ ਥੱਕ ਪਾ। ਅੱਜ ਇੰਨੀ ਸ਼ੱਕਰ ਮਿਲੀ ਬਾਬੇ ਫਰੀਦ ਨੂੰ
ਜੇਬਾਂ ਭਰ ਲੀਆਂ, ਮੁੱਠੀਆਂ ਭਰ ਲੀਆਂ, ਬੱਚਾ ਸੀ ਨਾ। ਇਸ ਤਰ੍ਹਾਂ ਗੁਰੂ ਪਿਆਰਿਓ ਬਾਬੇ ਨੇ ਰੱਜ ਕੇ ਆ ਸ਼ੱਕਰ ਖਾਧੀ ਤੇ ਦੂਜੇ ਦਿਨ ਜਦ ਮਾਤਾ ਵਾਪਸ ਆਈ ਤੇ ਤਸੱਲੀ ਵਾਸਤੇ ਫਰੀਦ ਨੂੰ ਪੁੱਛਦੀ ਹੈ, ਫਰੀਦ ਕੱਲ ਨਮਾਜ਼ ਕੀਤੀ ਸੀ? ਕਹਿੰਦੇ ਹਾਂ। ਫਿਰ ਸ਼ੱਕਰ ਖਾਈ? ਕਹਿੰਦੇ ਕੱਲ ਤਾਂ ਬੇਬੇ ਇੰਨੀ ਸ਼ੱਕਰ ਮਿਲੀ ਮੈਂ ਖਾ ਖਾ ਕੇ ਰੱਜ ਗਿਆ, ਮੁੱਕੀ ਨਹੀਂ। ਤੋ ਮਾਂ ਨੇ ਪਰਮੇਸ਼ਰ ਦਾ ਸ਼ੁਕਰ ਕੀਤਾ। ਮਤਲਬ ਜਿੱਥੇ ਸਾਡਾ ਕੋਈ ਵੀ ਰਿਸ਼ਤੇਦਾਰ ਸਾਖ ਸੰਬੰਧੀ ਇੱਥੇ ਤੱਕ ਕਿ ਮਾਂ ਪਿਓ ਵੀ ਨਹੀਂ ਪਹੁੰਚ ਸਕਦਾ, ਉੱਥੇ ਪਰਮੇਸ਼ਰ ਪਹੁੰਚਦਾ। ਪਰਮੇਸ਼ਰ ਨੇ ਮਾਂ ਨੂੰ ਆਪਣੇ ਰੁਤਬਾ ਦਿੱਤਾ ਹੋਇਆ। ਮਾਂ ਪਰਮੇਸ਼ਰ ਦਾ ਹੀ ਦੂਸਰਾ ਰੂਪ ਹੈ, ਸਮਝੋ। ਇਸ ਤਰ੍ਹਾਂ ਗੁਰੂ ਪਿਆਰਿਓ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮੈਨੂੰ ਮਾਲਕ ਕਿੰਨਾ ਪਿਆਰਾ ਹੈ, ਮਾਂ ਪਿਓ ਤੋਂ ਵੀ ਵੱਧ ਪਿਆਰਾ। ਗੁਸਾਈ ਮਹੰਡਾ ਇਠੜਾ ਅੰਮ ਅੱਬੈ ਥਾਵੋ। ਅੱਬਾ ਹੁੰਦਾ ਪਿਓ ਤੇ ਅੰਮਾ ਹੁੰਦੀ ਹੈ ਮਾਂ। ਇਹ ਮੁਸਲਮਾਨੀ ਮਤ ਦੇ ਸ਼ਬਦ ਹਨ। ਅੰਮ ਅੱਬੈ ਥਾਵੋ ਮਿੱਠੜਾ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਹੜਾ ਹੈ ਉਹ ਮੈਨੂੰ ਬਹੁਤ ਪਿਆਰਾ ਹੈ, ਮਾਂ ਪਿਓ ਤੋਂ ਵੀ ਪਿਆਰਾ ਹੈ। ਉਹ ਅਬਨਾਸ਼ੀ ਪੁਰਖ। ਦੂਸਰਾ ਅਰਥ ਹੈ ਅੰਮ ਮੰਮਾ ਭਾ ਮਿਰਤੂ ਮੁਰੀ ਆੜਾ ਲਾਤਾ, ਉਲਟ ਕਰਤਾ, ਮਿਰਤੂ ਤੋਂ ਰਹਿਤ। ਉਹ ਪਰਮੇਸ਼ਰ ਜਿਹੜਾ ਕਦੇ ਮਰਦਾ ਨਹੀਂ, ਅਬਿਨਾਸ਼ੀ ਹੈ। ਬੇ ਮਤਲਬ ਵਿਨਾਸ਼ ਹੋਣ ਵਾਲਾ। ਅਲਫ ਬੇ ਪੇ ਤੇ ਟੇ ਸੇ ਉਰਦੂ ਦੀ ਇਹ ਮੁਹਾਰਨੀ ਹੈ। ਆਪਣਾ ਊੜਾ ਆੜਾ ਜਿਵੇਂ ਉਹਨਾਂ ਦਾ ਹੈ ਉਰਦੂ ਦਾ ਅਲਫ ਬੇ, ਦੂਜਾ ਸ਼ਬਦ ਸਾਡਾ ਦੂਜਾ ਸ਼ਬਦ ਆੜਾ ਹੈ। ਅਲਫ ਬੇ ਪੇ ਤੇ ਟੇ ਸੇ ਆਦਿ ਆਦਿ। ਤੋ ਇੱਥੇ ਬੇ ਦਾ ਭਾਵ ਹੈ ਦੂਜਾ ਤੇ ਮੂਹਰੇ ਆੜਾ ਲਾਤਾ ਪਹਿਲਾ। ਇਹਦਾ ਉਲਟ ਹੋ ਗਿਆ ਅਰਥ ਜਿਹੜਾ ਕਦੇ ਵਿਣਸਣ ਵਾਲਾ ਨਹੀਂ, ਖਤਮ ਹੋਣ ਵਾਲਾ ਨਹੀਂ, ਉਹ ਪਰਮੇਸ਼ਰ ਜਿਹੜਾ ਹੈ ਮੈਨੂੰ ਬਹੁਤ ਪਿਆਰਾ ਹੈ। ਆਓ ਕਿਆ ਇਹਨਾਂ ਪਹਿਲਵਾਨਾਂ ਦੇ ਅਖਾੜੇ ਦੇਖਣੇ ਆ, ਮੱਲਾਂ ਦੇ ਘੋਲ ਦੇਖਣੇ ਆ, ਆਪਣੇ ਅੰਦਰ ਘੋਲ ਹੋ ਰਹੇ ਆ, ਆਪਾਂ ਉਹ ਘੋਲ ਭੁੱਲ ਗਏ। ਉਸ ਘੋਲ ਵਿੱਚ ਜਿੱਤਣ ਵਾਸਤੇ ਆਪਾਂ ਕਿਉਂ ਨਾ ਪਰਿਪੂਰਨ ਪਰਮੇਸ਼ਰ ਪਰਮਾਤਮਾ ਅੱਗੇ ਬੇਨਤੀ ਕਰੀਏ ਕਿ ਮਾਲਕਾ ਤੂੰ ਸਾਡੇ ਤੇ ਕਿਰਪਾ ਕਰ, ਤੂੰ ਸਾਡਾ ਬਹੁਤ ਪਿਆਰਾ ਹੈ। ਜਿਵੇਂ ਕ੍ਰਿਸ਼ਨ ਜੀ ਆਪਣੇ ਪਿਆਰਿਆਂ ਦੀ ਮਦਦ ਕਰਦੇ ਹਨ, ਅਰਜਨ ਪਾਂਡਵ ਦੀ, ਸੁਦਾਮੇ ਦੀ, ਜਿਵੇਂ ਸਤਿਗੁਰੂ ਨਾਨਕ ਪਾਤਸ਼ਾਹ ਜਗ੍ਹਾ ਜਗ੍ਹਾ 'ਤੇ ਜਾ ਕੇ ਆਪਣੇ ਚਾਹੁਣ ਵਾਲਿਆਂ ਦਾ ਮਦਦ ਕਰਦੇ ਆ, ਸਤਿਕਾਰ ਕਰਦੇ ਆ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਜਿਵੇਂ ਜਿਵੇਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਉੱਥੇ ਪਹੁੰਚ ਕੇ ਉਹਨਾਂ ਦੀ ਮਦਦ ਕਰਦੇ ਆ। ਇਸੇ ਤਰ੍ਹਾਂ ਹੀ ਇੱਥੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਮੈਨੂੰ ਉਹ ਬਹੁਤ ਪਿਆਰਾ ਹੈ, ਮਾਂ ਬਾਪ ਤੋਂ ਵੀ ਪਿਆਰਾ ਹੈ, ਜਿਹੜਾ ਕਦੇ ਵਿਣਸਣ ਵਾਲਾ ਪਰਮੇਸ਼ਰ ਨਹੀਂ ਹੈ। ਭੈਣ ਭਾਈ ਸਭ ਸੱਜਣਾ, ਰਿਸ਼ਤੇਦਾਰ ਸਾਕ ਸੰਬੰਧੀ, ਪਰਮੇਸ਼ਰ ਭੈਣਾਂ ਤੋਂ ਵੀ ਭਰਾਵਾਂ ਤੋਂ ਵੀ ਪਿਆਰਾ ਤੁਹਾਡੇ ਜੈਸਾ ਕੋਈ ਵੀ ਨਹੀਂ ਹੈ। ਭੈਣ ਭਾਈ ਸਭ ਸੱਜਣਾ, ਰਿਸ਼ਤੇਦਾਰੀਆਂ ਬਹੁਤ ਹੈ ਸੰਸਾਰ ਵਿੱਚ, ਸਾਰੇ ਕਹਿੰਦੇ ਆ ਮੈਂ ਤੇਰੇ ਨਾਲ ਹਾਂ, ਪਰ ਜਦ ਸ਼ਮਸ਼ਾਨ ਘਾਟ ਵਿੱਚ ਜਾਂਦੇ ਆ ਉਹਦੇ ਸਭ ਦੇ ਹੱਥ ਖੜੇ ਹੁੰਦੇ ਆ ਕਿ ਇਦੋਂ ਗਾਹਾਂ ਨਹੀਂ ਅਸੀਂ ਜਾ ਸਕਦੇ। ਕੋ ਸਤਨਾਮ ਸ੍ਰੀ। ਜਦੋਂ ਕੋਈ ਮਰ ਜਾਂਦਾ ਹੈ ਤਾਂ ਉਸ ਮਰਨ ਵਾਲੇ ਦੇ ਨਾਲ ਕੋਈ ਨਹੀਂ ਜਾ ਸਕਦਾ, ਜਾਂ ਉਹਦੇ ਥਾਂ ਤੇ ਦੂਜਾ ਕੋਈ ਨਹੀਂ ਮਰਦਾ। ਕੋ ਸਤਨਾਮ ਸ੍ਰੀ। ਉੱਥੇ ਜਾ ਕੇ ਸਭ ਦੇ ਹੱਥ ਖੜੇ ਹੋ ਜਾਂਦੇ ਆ। ਉਦੋਂ ਗਾਹਾਂ ਜਿਹੜਾ ਜਾਂਦਾ ਉਹ ਸਾਡਾ ਉਦੋਂ ਵੀ ਪਿਆਰਾ ਹੋਇਆ। ਇਹਦਾ ਮਤਲਬ ਪਰਮੇਸ਼ਰ ਗੁਰੂ ਨਾਨਕ ਕਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ। ਓਏ ਜੀਵੰਦੇ ਵਿਛੜੇ, ਓਏ ਮੋਇਆ ਨਾ ਜਾਹੀ ਛੋੜ। ਇਹ ਤੈਨੂੰ ਜਿਉਂਦੇ ਛੱਡ ਜਾਣਗੇ, ਉਹ ਮਰਨ ਤੋਂ ਬਾਅਦ ਵੀ ਨਹੀਂ ਛੱਡੂਗਾ, ਮਰਨ ਤੋਂ ਬਾਅਦ ਵੀ ਸੰਭਾਲੂਗਾ। ਕਿਉਂ ਨਾ ਫਿਰ ਇਹੋ ਜਿਹੇ ਨਾਲ ਦੋਸਤੀ ਪਾਈਏ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਿੱਖੋ
आओ उस मालक नूं मना लईए जिहड़ा हर थां ते मदद करन वाला, लोक सुखिया ते परलोक सुहेला करन वाला। प्रीतम जी कहने भैन भाई सब सज्जना तुद जेहा नाही कोई जियो मालका, तेरे वर्गा मेरे लिए होर कोई भी नहीं है। भावें बड़े नेड़े दे मित्र भी है, बड़ा धीरज दिंदे आ, हौसला दिंदे आ, पर तेरे वर्गा कोई नहीं। ਉਹ ਤਾਂ ਦੇ ਕੇ 50 ਵਾਰੀ ਸੁਣਾਉਣਗੇ, ਪਰ ਤੂੰ ਦੇ ਕੇ ਮੁੜ ਕੇ ਮੰਗਦਾ ਵੀ ਨਹੀਂ। ਤੇਰੇ ਵਰਗਾ ਕੋਈ ਨਹੀਂ ਹੈ। ਤੇਰਾ ਹੁਕਮ ਹੈ ਸਾਵਣ ਆਇਆ। ਜਿਸ ਤਰ੍ਹਾਂ ਗੁਰੂ ਪਿਆਰਿਓ 12 ਮਹੀਨਿਆਂ ਵਿੱਚ ਇੱਕ ਮਹੀਨਾ ਹੈ ਸਾਉਣ ਦਾ, ਤੇ ਸਾਵਣ ਦੇ ਮਹੀਨੇ ਵਿੱਚ ਜਦ ਮੀਂਹ ਪੈਂਦਾ ਹੈ ਤੇ ਮੌਸਮ ਬੜਾ ਸੁੰਦਰ ਬਣ ਜਾਂਦਾ ਹੈ, ਸੁਹਾਵਣਾ ਬਣ ਜਾਂਦਾ ਹੈ। ਔਰ ਉਸ ਮੀਂਹ ਦੇ ਉੱਪਰ ਫਸਲ ਵੀ ਬੀਜੀ ਜਾਂਦੀ ਹੈ ਸਾਉਣੀ ਦੀ। ਤੇ ਇਸ ਤਰ੍ਹਾਂ ਸੰਸਾਰ ਨੂੰ ਸੁੱਖ ਵੀ ਮਿਲਦਾ ਹੈ, ਪਸ਼ੂਆਂ ਪੰਛੀਆਂ ਨੂੰ ਵੀ ਸੁੱਖ ਮਿਲਦਾ ਹੈ। ਸਾਉਣ ਕਰਕੇ ਨਵਾਂ ਘਾਹ ਉੱਗਰ ਆਉਂਦਾ ਧਰਤੀ 'ਤੇ। ਜਿਹੜੇ ਅਵਾਰਾ ਪਸ਼ੂ ਆ, ਜੰਗਲੀ ਜਾਨਵਰ ਆ, ਉਹਨਾਂ ਨੂੰ ਘਾਹ ਮਿਲ ਜਾਂਦਾ, ਉਹ ਵੀ ਸਾਉਣ ਦੀ ਉਡੀਕ ਕਰਦੇ ਆ। ਇਸੇ ਤਰ੍ਹਾਂ ਹੀ ਜਿਵੇਂ ਉਹ 12 ਮਹੀਨਿਆਂ 'ਚੋਂ ਇੱਕ ਸਾਉਣ ਦਾ ਮਹੀਨਾ ਵਧੀਆ, ਇਸੇ ਤਰ੍ਹਾਂ 84 ਲੱਖ ਜੂਨਾਂ 'ਚੋਂ ਮਨੁੱਖਾ ਜਨਮ ਸਾਵਣ ਦੇ ਮਹੀਨੇ ਵਰਗਾ ਹੀ ਹੈ। ਕਹੋ ਸਤਿਨਾਮ ਸ੍ਰੀ। ਆ ਬਸੰਤ ਦੀ ਰੁੱਤ ਆਈ ਆ, ਸਿਆਲ ਟੱਪ ਗਿਆ, ਪਤਝੜ ਲੰਘ ਗਈ ਹੈ, ਹਜੇ ਬਹੁਤੀ ਗਰਮੀ ਆਈ ਨਹੀਂ, ਮੌਸਮ ਬੜਾ ਵਧੀਆ ਹੈ। ਤੇ ਇਸ ਮੌਸਮ ਦੇ ਵਿੱਚ ਕੀ ਹੈ, ਦਰਖਤਾਂ ਦੇ ਨਵੇਂ ਪੱਤੇ ਨਿਕਲਣੇ ਸ਼ੁਰੂ ਹੋ ਗਏ। ਇਹਨੂੰ ਕਹਿੰਦੇ ਆ ਬਸੰਤ ਰੁੱਤ। ਇਹ 2 ਮਹੀਨੇ ਚੱਲਦੀ ਹੈ। 6 ਰੁੱਤਾਂ ਹੁੰਦੀਆਂ 2-2 ਮਹੀਨਿਆਂ ਦੀਆਂ। ਤਾਂ ਬਸੰਤ ਰੁੱਤ 2 ਮਹੀਨੇ ਚੱਲਦੀ ਹੈ। ਤੇ ਧੰਨ ਪਾਤਸ਼ਾਹ ਕਹਿੰਦੇ ਉਹ ਭਲਿਆ ਤੇਰੇ ਤੇ ਕਦੋਂ ਬਸੰਤ ਆਉਣੀ ਆ? ਇਹ ਸ੍ਰਿਸ਼ਟੀ ਤੇ ਕੁਦਰਤ ਤੇ ਬਸੰਤ ਆ ਗਈ ਆ। ਆ ਜਿਹੜੇ ਦਰਖਤ ਖੜ ਸੁੱਕ ਹੋ ਗਏ ਸੀ, ਜਿਨ੍ਹਾਂ ਦੇ ਪੱਤੇ ਝੜ ਗਏ ਸੀ, ਰੁੰਡ ਮੁੰਡ ਹੋ ਗਏ ਸੀ, ਉਹ ਦੁਬਾਰੇ ਹਰੇ ਹੋਣ ਲੱਗ ਪਏ ਆ। ਤੇ ਤੂੰ ਕਦੋਂ ਹਰਾ ਹੋਏਗਾ? ਬਸੰਤ ਕੀ ਵਾਰ ਮਹੱਲ ਪੰਜਵਾ, ਹਰ ਕਾ ਨਾਮ ਧਿਆਇ ਕਹਿ ਹੋ ਹਰਿਆ ਭਾਈ, ਕਰਮ ਲਖਨ ਤੇ ਪਾਈ ਹੈ ਇਹ ਰੁੱਤ ਸੁਹਾਈ। ਵਨ ਤ੍ਰਿਨ ਤ੍ਰੈ ਭਵਨ ਮੌਲਿਆ, ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖੀ ਉਪਜੈ, ਲੱਥੀ ਸਭ ਛਾਈ। ਛਾਈ ਜਿਵੇਂ ਦਰਖਤਾਂ ਦੇ ਗਰਦਾ ਚੜ੍ਹ ਜਾਂਦਾ ਪਤਝੜ ਕਰਕੇ, ਮੀਂਹ ਪੈ ਕੇ ਸਾਰਾ ਗਰਦਾ ਲੈ ਜਾਂਦਾ, ਤੇਰੇ ਉੱਤੇ ਵੀ ਵਿਕਾਰਾਂ ਦਾ ਗਰਦਾ ਚੜ੍ਹਿਆ ਹੋਇਆ। ਸਾਧੂਆਂ ਨੂੰ ਮਿਲ ਤੇ ਇਹਨੂੰ ਲਾਉਣਾ ਕਰ। ਤੋ ਅੱਗੇ ਮੇਰੇ ਪ੍ਰੀਤਮ 5ਵੇਂ ਪਾਤਸ਼ਾਹ ਜੀ ਲਿਖਦੇ ਹਨ, ਦੂਸਰਾ ਪਦਾ, ਤੇਰਾ ਹੁਕਮ ਹੈ ਸਾਵਣ ਆਇਆ। ਤੇਰੇ ਹੁਕਮ ਦੇ ਅੰਦਰ ਮੈਨੂੰ ਇਹ ਮਨੁੱਖਾ ਜੀਵਨ ਰੂਪੀ ਸਾਵਣ ਦਾ ਮਹੀਨਾ ਮਿਲਿਆ। ਔਰ ਮਨੁੱਖਾ ਜਨਮ ਦੇ ਵਿੱਚ ਹੀ ਬੰਦਾ ਕੁਛ ਨਾ ਕੁਛ ਕਰ ਸਕਦਾ। ਬਾਕੀ 84 ਲੱਖ ਜੂਨਾਂ ਤਾਂ ਕੀਤੇ ਕਰਮਾਂ ਨੂੰ ਭੋਗਣ ਵਾਸਤੇ ਹੈ। ਦੇਖਦੇ ਹਾਂ ਪਸ਼ੂ ਜਿਨ੍ਹਾਂ ਨੂੰ ਅਸੀਂ ਸੰਗਲ ਪਾ ਕੇ ਬੰਨਿਆ ਹੋਇਆ, ਉਹ ਗੁਲਾਮ ਹੈ। ਜਿਹੜੇ ਅਵਾਰਾ ਵੀ ਫਿਰਦੇ ਆ, ਉਹਨਾਂ ਵਿਚਾਰਿਆਂ ਨੂੰ ਪੂਰੀ ਖੁਰਾਕ ਨਹੀਂ ਮਿਲਦੀ। ਕੋ ਸਤਨਾਮ ਸੀ, ਉਹਨਾਂ ਢਿੱਡ ਨਹੀਂ ਭਰਦੇ। ਦੇਖਦੇ ਹਾਂ ਸ਼ਹਿਰਾਂ ਵਿੱਚ ਕਿਤਨੀਆਂ ਗਾਈਆਂ ਜਿਹੜੀਆਂ ਪਲਾਸਟਿਕ ਖਾ ਰਹੀਆਂ, ਕੋ ਸਤਨਾਮ, ਲਿਫਾਫੇ ਖਾ ਰਹੀਆਂ, ਰੂੜੀਆਂ ਦੇ ਗੰਦ ਖਾ ਰਹੀਆਂ। ਤਾਂ ਉਹ ਟੇਢੀਆਂ ਜੂਨਾਂ ਸਾਰੀਆਂ ਦੁਖਦਾਈ ਜੂਨਾਂ ਹਨ। ਕੇਵਲ ਤੇ ਕੇਵਲ ਇੱਕ ਮਨੁੱਖਾ ਜਨਮ ਹੈ, ਜਿਸ ਮਨੁੱਖਾ ਜਾਮੇ ਦੇ ਵਿੱਚ ਆ ਕੇ ਅਸੀਂ ਕੁਝ ਕਰ ਸਕਦੇ ਹਾਂ। ਜਿਵੇਂ ਸਾਉਣ ਮਹੀਨੇ ਵਿੱਚ ਫਸਲ ਬੀਜੀ ਜਾ ਸਕਦੀ ਹੈ, ਇਸੇ ਤਰ੍ਹਾਂ ਹੀ ਮਨੁੱਖਾ ਜਾਮੇ ਵਿੱਚ ਚੰਗੇ ਕਰਮ ਕੀਤੇ ਜਾ ਸਕਦੇ ਆ, ਜਿਨ੍ਹਾਂ ਦਾ ਫਲ ਸਾਨੂੰ ਫਿਰ ਸੁੱਖ ਰੂਪ ਦੇ ਵਿੱਚ ਮਿਲਣਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਤੇਰਾ ਹੁਕਮ ਹੈ ਸਾਵਣ ਆਇਆ। ਜਿਵੇਂ ਸਾਵਣ ਦੇ ਮਹੀਨੇ ਵਿੱਚ ਬੱਦਲ ਆਉਂਦੇ ਆ, ਉਹ ਵੀ ਪਰਮੇਸ਼ਰ ਦੇ ਹੁਕਮ ਅੰਦਰ ਆਉਂਦੇ ਹਨ। ਔਰ ਪਾਤਸ਼ਾਹ ਜੀ ਉੱਥੇ ਫਿਰ ਬੰਦੇ ਨੂੰ ਸੁਚੇਤ ਕਰਦੇ ਆ, ਤੇ ਬੰਦਾ ਉੱਪਰ ਵੇਖਦਾ ਬੱਦਲ ਆ ਗਏ, ਬਈ ਮੀਂਹ ਆ ਗਿਆ, ਮੀਂਹ ਆ ਗਿਆ। ਬਾਬਾ ਜੀ ਕਹਿੰਦੇ ਉਹ ਜਿਹਨੇ ਭੇਜਿਆ ਉਹਨੂੰ ਵੀ ਯਾਦ ਕਰ ਲਓ। ਕਿਆ ਉੱਠੀ ਉੱਠ ਵੇਖੋ ਬਪੜੇ, ਇਸ ਮੇਘ ਹੱਥ ਕਿਛ ਨਾਹੇ, ਜਿਨੇ ਮੇਘ ਪਠਾਇਆ ਤਿਸ ਰਾਖੋ ਮਨ ਮਾਹੇ। ਜਿਹਨੇ ਇਹਨਾਂ ਬੱਦਲਾਂ ਨੂੰ ਭੇਜਿਆ ਉਹਦਾ ਵੀ ਸ਼ੁਕਰੀਆ ਕਰ ਦਿਆ ਕਰੋ। ਇਹ ਬੱਦਲ ਆਪਦੀ ਮਰਜ਼ੀ ਨਾਲ ਨਹੀਂ ਆ ਸਕਦੇ। ਕਹੋ ਸਤਨਾਮ ਸ੍ਰੀ। ਇਹਨਾਂ ਨੂੰ ਭੇਜਣ ਵਾਲਾ ਪਰਮੇਸ਼ਰ ਹੈ।
ਤੋ ਤੇਰੇ ਹੁਕਮੇ ਸਾਵਣੇ ਆਇਆ, ਤੇਰੇ ਹੁਕਮ ਦੇ ਅੰਦਰ ਮੀਂਹ ਪੈਂਦਾ ਹੈ, ਤੇਰੇ ਹੁਕਮ ਦੇ ਅੰਦਰ ਹੀ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ। ਗੁਰੂ ਸਾਹਿਬ ਜੀ ਪ੍ਰੇਮ ਰੂਪੀ ਜਲ ਨਾਲ ਭਰ ਕੇ ਪ੍ਰਗਟ ਸਰੂਪ ਧਾਰ ਕੇ ਜੀਵਾਂ ਦਾ ਉਧਾਰ ਕਰਨ ਲਈ ਆਉਂਦੇ ਹੈ। ਜਨ ਪਾਰੇ ਪਕਾਰੀ ਆਏ। ਗੁਰੂ ਪਰਮੇਸ਼ਰ ਜਾਂ ਰੱਬ ਦੇ ਪਿਆਰੇ ਇਹ ਵੀ ਬੱਦਲਾਂ ਦੀ ਤਰ੍ਹਾਂ ਭੇਜੇ ਹੋਏ ਰੱਬ ਦੇ ਆਉਂਦੇ ਆ ਦੁਨੀਆ ਵਿੱਚ। ਕੋ ਸਤਿਨਾਮ ਸ੍ਰੀ। ਰੱਬ ਦੇ ਪਿਆਰੇ ਰੱਬ ਦੇ ਭੇਜੇ ਹੋਏ ਆਉਂਦੇ ਨੇ, ਆਉਂਦੇ ਆ, ਆਪਣਾ ਕੰਮ ਕਰਦੇ ਆ ਤੇ ਜੋਤੀ ਜੋਤ ਸਮਾ ਜਾਂਦੇ ਆ, ਚਲੇ ਜਾਂਦੇ ਆ, ਵਾਪਸ ਉਹਦੇ ਵਿੱਚ ਮਿਲ ਜਾਂਦੇ ਆ। ਜਨ ਪਾਰਿਓ ਪਕਾਰੀ ਆਏ, ਜਨ ਪਾਰਿਓ ਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸਿਓ ਲੈਣ ਮਿਲਾਏ। ਬੜੀ ਅਨੋਖੀ ਵਾਰਤਾ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ। ਗੁਰੂ ਪਿਆਰਿਓ, ਗੁਰੂ ਜਿਹੜੇ ਹਨ ਇਹ ਵੀ ਬੱਦਲਾਂ ਦੀ ਨਿਆਈ ਦੁਨੀਆ ਵਿੱਚ ਸਾਡੇ ਭਲੇ ਵਾਸਤੇ ਆਏ। ਬੱਦਲ ਕੀ ਕਰਦਾ ਹੈ? ਜਦ ਮੀਂਹ ਪਾਉਂਦਾ ਉੱਚੀਆਂ ਥਾਵਾਂ ਤੇ ਵੀ ਮੀਂਹ ਪੈ ਜਾਂਦਾ। ਜਦੋਂ ਮੀਂਹ ਪੈਂਦਾ ਹੈ, ਹਜੇ ਨਹਿਰਾਂ ਦਾ ਪਾਣੀ ਉੱਚੇ ਥਾਂ ਨਹੀਂ ਚੜ ਸਕਦਾ, ਪਰ ਮੀਂਹ ਦਾ ਪਾਣੀ ਹਰ ਥਾਂ ਤੇ ਕੰਮ ਕਰਦਾ ਹੈ। ਇਸੇ ਤਰ੍ਹਾਂ ਗੁਰੂ ਜਿਹੜਾ ਹੈ ਉਹ ਵੱਡੇ ਵੱਡੇ ਹੰਕਾਰੀਆਂ ਨੂੰ ਵੀ ਨੀਵੇਂ ਕਰਕੇ ਸਿੱਧੇ ਕਰ ਲੈਂਦਾ, ਪੱਧਰੇ ਕਰ ਲੈਂਦਾ। ਫਰੀਦਾ ਟੋਏ ਟਿੱਬੇ ਇੱਕ ਘਰ ਦਿਲ ਤੇ ਲਾਹੇ ਭਰਾਂ ਦੇ ਮਨੁੱਖਾਂ ਨੂੰ ਲੋੜੀ ਹੈ। ਰੁੱਖਾਂ ਦੀ ਜੀਰਾਂਦ, ਜਿਵੇਂ ਰੁੱਖ ਜਰਾਂਦ ਨਾਲ ਬੈਠੇ ਆ, ਸੰਤੋਖ ਨਾਲ ਖੜੇ ਹੈ, ਉਸੇ ਤਰ੍ਹਾਂ ਮਨੁੱਖ ਨੂੰ ਵੀ ਸੰਤੋਖ ਰੱਖਣਾ ਚਾਹੀਦਾ। ਹੰਕਾਰ ਅਤੇ ਹੀਨ ਭਾਵਨਾ ਦੋਨੇ ਕੱਢ ਕੇ ਮਨ ਨੂੰ ਪੱਧਰਾ ਕਰ ਲੈ ਗੁਰੂ ਦੇ ਸਾਹਮਣੇ। ਤੇਰਾ ਹੁਕਮ ਹੈ ਸਾਵਣ ਆਇਆ, ਮੈਂ ਸੱਤ ਕਾ ਹਲ ਜੋ ਆਇਆ। ਹੁਣ ਜ਼ਿਮੀਂਦਾਰ ਨੇ ਸਾਉਣ ਮਹੀਨੇ ਵਿੱਚ ਸਾਉਣੀ ਬੀਜੀ ਹੈ, ਤੇ ਮਨੁੱਖ ਨੇ ਮਨੁੱਖਾ ਜੀਵਨ ਵਿੱਚ ਕੀ ਬੀਜਣਾ? ਸੱਚ। ਸੱਚ ਬੋਲਣਾ, ਸੱਚ ਵਰਤਣਾ, ਸਭ ਦੇ ਨਾਲ ਸੱਚਾ ਵਿਹਾਰ ਰੱਖਣਾ। ਕੋਈ ਇਹੀ ਗੱਲ ਨਹੀਂ ਹੈ ਕਿ ਕੇਵਲ ਅਸੀਂ ਨਿਤਨੇਮ ਕਰਨਾ, ਬਾਣੀ ਪੜ੍ਹਨੀ ਹੈ। ਸਤਿਗੁਰੂ ਪਾਤਸ਼ਾਹ ਨੇ ਜੋ ਰਹਿਤਾਂ ਬਹਿਤਾਂ ਦੱਸੀਆਂ, ਜੋ ਰੋਜ਼ਾਨਾ ਸਾਡੇ ਆਚਰਨ ਵਿੱਚ ਹੋਣੀਆਂ ਚਾਹੀਦੀਆਂ, ਉਹ ਵੀ ਤਾਂ ਹੋਣੀਆਂ ਜ਼ਰੂਰੀ ਹੈ। ਉਹਨਾਂ ਬਿਨਾਂ ਕਿਵੇਂ ਗੱਲ ਬਣੇਗੀ? ਪ੍ਰੀਤਮ ਜੀ ਕਹਿੰਦੇ, ਮੈਂ ਸੱਤ ਕਾ ਹਲ ਜੋ ਆਇਆ। ਆ ਮਨੁੱਖਾ ਜਨਮ ਰੂਪੀ ਸਾਉਣ ਦਾ ਮਹੀਨਾ ਮਿਲਿਆ, ਮੈਂ ਸੱਚ ਦਾ ਹਲ ਜੋੜਿਆ। ਔਰ ਬੀਜਣਾ ਕੀ ਹੈ? ਨਾਉ ਬੀਜਣ ਲੱਗਾ ਆਸ ਕਰ। ਤੇ ਮੈਂ ਹੁਣ ਇਹ ਸੱਚ ਦੇ ਨਾਲ ਹਰੀ ਦਾ ਨਾਮ ਵੀ ਬੀਜਣਾ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਤਾਂ ਗੁਰੂ ਪਿਆਰਿਓ, ਜਿਸ ਤਰ੍ਹਾਂ ਉਹ ਮੀਂਹ ਪੈਂਦਾ ਹੈ ਸਵੰਤੀ ਆਪਣਾ ਸਾਵਣ ਦੇ ਮਹੀਨੇ ਵਿੱਚ, ਤਾਂ ਉਹਨਾਂ ਕਣੀਆਂ ਦੇ ਵਿੱਚ ਇੱਕ ਸਵੰਤੀ ਬੂੰਦ ਡਿੱਗਦੀ ਹੈ। ਉਹ ਸਵੰਤੀ ਬੂੰਦ ਇੰਨੀ ਪਾਵਰ ਰੱਖਦੀ ਹੈ, ਬਬੀਹਾ ਉਹੀ ਮੰਗਦਾ, ਜੇ ਬਬੀਹੇ ਨੂੰ ਮਿਲ ਜਾਵੇ ਤੇ ਉਹਦੀ ਤ੍ਰਿਪਤੀ ਹੋ ਜਾਂਦੀ ਹੈ, ਉਹਨੂੰ ਮੁੜ ਕੇ ਪਿਆਸ ਨਹੀਂ ਲੱਗਦੀ। ਉਹ ਸਵੰਤੀ ਬੂੰਦ ਜਦ ਡਿੱਗਦੀ ਹੈ, ਕਹਿੰਦੇ ਜੀ ਉਹੀ ਸਵੰਤੀ ਬੂੰਦ ਕੇਲੇ ਤੇ ਪੈ ਜਾਵੇ ਤੇ ਮੁਸ਼ਕ ਕਪੂਰ ਬਣ ਜਾਂਦਾ। ਜੀ ਉਹ ਸਵੰਤੀ ਬੂੰਦ ਇੱਕ ਸਿੱਪੀ ਹੁੰਦੀ ਹੈ ਦਰਿਆਵਾਂ ਦੇ ਵਿੱਚ, ਉਹ ਪੰਛੀ ਹੁੰਦਾ ਵੈਸੇ, ਉਹਨੂੰ ਸਿੱਪ ਕਹਿੰਦੇ ਆ। ਉਹਦੇ ਦੋ ਖੋਪੜ ਹੁੰਦੇ ਆ ਤੇ ਉਹ ਇੱਦਾਂ ਪਾਣੀ ਵਿੱਚ ਇੱਦਾਂ ਚੱਲਦਾ ਰਹਿੰਦਾ, ਔਰ ਉਹ ਵੀ ਸਵੰਤੀ ਬੂੰਦ ਮੰਗਦਾ। ਉਧਰੋਂ ਸਵੰਤੀ ਬੂੰਦ ਡਿੱਗ ਪਏ, ਉਦੋਂ ਸਿੱਪ ਦਾ ਮੂੰਹ ਖੁੱਲ੍ਹਾ ਹੋਵੇ ਤੇ ਉਹਦੇ ਵਿੱਚ ਡਿੱਗ ਪੈਂਦੀ ਹੈ, ਕਿ ਉਹ ਬੰਦ ਹੋ ਜਾਂਦਾ, ਥੱਲੇ ਚਲਿਆ ਜਾਂਦਾ ਧਰਤੀ 'ਚ, ਸਮੁੰਦਰ ਦੇ ਪਤਾਲਾਂ ਵਿੱਚ ਚਲਿਆ ਜਾਂਦਾ ਹੈ। ਤੇ ਉੱਥੇ ਪਏ ਪਏ ਦੇ ਵਿੱਚ ਫਿਰ ਉਹ ਸਿੱਪ ਦੇ ਵਿੱਚ ਪਈ ਬੂੰਦ ਮੋਤੀ ਬਣ ਜਾਂਦੀ ਹੈ। ਕੋ ਸਤਿਨਾਮ ਸ੍ਰੀ। ਇਸ ਤਰ੍ਹਾਂ ਸਵੰਤੀ ਬੂੰਦ ਹੈ ਜਿਹੜੀ,
ਜੇ ਉਹ ਸਿੱਪ ਦੇ ਵਿੱਚ ਪੈ ਜਾਵੇ ਤੇ ਮੋਤੀ ਬਣ ਜਾਂਦੀ ਹੈ, ਬਬੀਹੇ ਨੂੰ ਮਿਲ ਜਾਵੇ ਤੇ ਪਿਆਸਾਂ ਬੁੱਝ ਜਾਂਦੀਆਂ। ਉਹ ਸਵਾਂਤੀ ਬੂੰਦ ਜੇ ਸੱਪ ਦੇ ਮੂੰਹ 'ਚ ਡਿੱਗ ਪਏ ਤੇ ਉਹਦਾ ਜ਼ਹਿਰ ਵੱਧ ਜਾਂਦਾ, ਕਿਉਂਕਿ ਉਹਦੇ ਅੰਦਰ ਪਹਿਲਾਂ ਹੀ ਜ਼ਹਿਰ ਹੈ, ਉਹਨੇ ਉਹਨੂੰ ਵੀ ਜ਼ਹਿਰ ਬਣਾ ਦੇਣਾ। ਕੋ ਸਤਨਾਮ ਸ੍ਰੀ। ਤੋ ਇਸ ਪ੍ਰਕਾਰ ਧੰਨ ਧੰਨ ਸ੍ਰੀ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਸਿੱਖਾ ਤੂੰ ਵੀ ਇਹ ਮਨੁੱਖਾ ਜੀਵਨ ਰੂਪੀ ਸਾਉਣ ਦੇ ਮਹੀਨੇ ਵਿੱਚ ਸੱਚ ਦਾ ਬੀਜ ਲੈ, ਨਾਮ ਦਾ ਬੀਜ ਲੈ। ਪ੍ਰੀਤਮ ਜੀ ਕਹਿੰਦੇ, ਨਾ ਬੀਜਣ ਲੱਗਾ ਆਸ ਕਰ, ਹਰ ਬੋਹਲ ਬਖਸ਼ ਜਮਾਏ ਜੀਓ। ਜ਼ਿਮੀਦਾਰ ਬੀਜ ਸਕਦਾ ਹੈ, ਪਰ ਉਹਨੂੰ ਫਲ ਦੇਣਾ ਪਰਮੇਸ਼ਰ ਦੇ ਹੱਥ ਵਿੱਚ ਹੈ। ਕੋ ਸਤਨਾਮ। ਉਹ ਮਨੁੱਖ ਦੇ ਹੱਥ ਵਿੱਚ ਨਹੀਂ। ਮਨੁੱਖ ਨੇ ਬੀਜਣ ਦਾ ਕੰਮ ਕਰਨਾ ਹੈ। ਹਿੰਮਤੇ ਮਰਦਾ ਮਦ ਦੇ ਖੁਦਾ, ਖੁਦਾ ਵੀ ਕਿਰਪਾ ਕਰਦਾ, ਮਦਦ ਕਰਦਾ, ਪਰ ਹਿੰਮਤ ਬੰਦੇ ਨੂੰ ਕਰਨੀ ਚਾਹੀਦੀ ਆ। ਕੋ ਸਤਨਾਮ ਸ੍ਰੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮੈਂ ਉਹਦੀ ਆਸ ਲੈ ਕੇ ਹੁਣ ਹਰੀ ਦੇ ਨਾਮ ਦਾ ਬੀਜ ਬੀਜਣ ਲੱਗਿਆ, ਤੇ ਹਰੀ ਨੇ ਹੀ ਇਸ ਦਾ ਬੋਲ ਬਣਾ ਦੇਣਾ, ਇਸ ਨੂੰ ਭਰ ਦੇਣਾ। ਇਸੇ ਤਰ੍ਹਾਂ ਗੁਰੂ ਜਿਹੜੇ ਹੁੰਦੇ ਹਨ, ਜਨ ਪਰਉਪਕਾਰੀ ਆਏ, ਉਹ ਦੁਨੀਆ ਵਿੱਚ ਉਸੇ ਤਰ੍ਹਾਂ ਨਾਮ ਦੇ ਮੋਤੀ ਲੈ ਕੇ ਆਉਂਦੇ ਹੈ। ਜਾਂ ਸਿੱਪ ਨੂੰ ਕੋਈ ਖੋਲ੍ਹਦਾ ਹੈ ਤੇ ਉਹਦੇ ਵਿੱਚੋਂ ਮੋਤੀ ਨਿਕਲਦੇ ਹਨ। ਇਸੇ ਤਰ੍ਹਾਂ ਸਾਧੂ ਜਨ ਆਪਣੇ ਮੂੰਹ ਰੂਪੀ ਸਿੱਪ ਦੇ ਵਿੱਚੋਂ ਸ਼ਬਦ ਰੂਪੀ ਮੋਤੀ ਕੱਢ ਕੇ ਸਾਨੂੰ ਦਿੰਦਾ। ਕੋ ਸਤਨਾਮ ਸ੍ਰੀ। ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇਹ ਗੁਰ ਕੀ ਸਿੱਖ ਸੁਣੀ, ਉਹਨਾਂ ਦੇ ਹਿਰਦੇ ਵਿੱਚ ਹਰੀ ਦੇ ਨਾਮ ਦੀ ਖੁਸ਼ਬੂ ਪੈਦਾ ਹੋ ਜਾਂਦੀ ਹੈ। ਜਿਵੇਂ ਕੇਲੇ ਵਿੱਚੋਂ ਮੁਸ਼ਕ ਕਪੂਰ ਬਣ ਜਾਂਦਾ। ਤੋ ਜਿਹੜੇ ਬ੍ਰਹਮਚਾਰੀ ਹੁੰਦੇ ਹੈ, ਜਿਹੜੇ ਬ੍ਰਹਮ ਗਿਆਨੀ ਹੁੰਦੇ ਹੈ, ਤੱਤਵ ਵਸੀ, ਜਿਹੜੇ ਤੱਤ ਨੂੰ ਜਾਣਨ ਵਾਲੇ ਹੁੰਦੇ ਹਨ, ਉਹਨਾਂ ਦੇ ਅੰਦਰ ਜਿਵੇਂ ਚੰਦਨ ਦੀ ਸੰਗਤ ਕਰਕੇ ਕੋਈ ਵੀ ਦਰਖਤ ਚੰਦਨ ਬਣ ਸਕਦਾ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀਆਂ ਦੀ ਸੰਗਤ ਕਰਕੇ ਸਾਡੇ ਵਿੱਚੋਂ ਵੀ ਉਹਦੇ ਗਿਆਨ ਦੀ ਖੁਸ਼ਬੂ ਆਉਣ ਲੱਗ ਜਾਂਦੀ ਹੈ। ਉਹਦੇ ਗੁਣਾਂ ਨੂੰ ਗ੍ਰਹਿਣ ਕਰਕੇ ਜੀਵਨ ਵਿੱਚ ਨਿਮਰਤਾ ਆ ਜਾਂਦੀ ਹੈ। ਜਿਵੇਂ ਬਚਨ ਹੈ ਪਾਤਸ਼ਾਹ ਜੀ ਦਾ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਨਾਨਕ ਨੀਵਾ ਜੋ ਚੱਲੈ ਲੱਗਣ ਤੱਤੀ ਵਾਓ। ਇਸ ਤਰ੍ਹਾਂ ਮਨੁੱਖ ਦੇ ਅੰਦਰ ਜਿਹੜਾ ਹੈ ਉਹ ਮਿਠਾਸ ਵਾਲੇ ਗੁਣ ਭਰ ਜਾਂਦੇ ਹਨ, ਜੋ ਪਰਮੇਸ਼ਰ ਦੇ ਵਿੱਚ ਹਨ। ਹਰ ਕਾ ਸੇਵਕ ਸੋ ਹਰ ਜੇਹਾ, ਅੰਬ ਆਬੇ ਥਾਵੋ ਮਿੱਠੜਾ। ਜਿਹੜਾ ਸਭ ਤੋਂ ਮਿੱਠਾ ਪਰਮੇਸ਼ਰ ਹੈ, ਉਸ ਦੇ ਮਿੱਠੇ ਗੁਣ ਮਨੁੱਖ ਦੇ ਵਿੱਚ ਭਰ ਜਾਂਦੇ ਹਨ। ਸਿੱਖਾਂ ਨੇ ਕਿਹਾ ਸੀ, ਮਹਾਰਾਜ ਚਲੋ ਆਪਾਂ ਵੀ ਪਹਿਲਵਾਨਾਂ ਦਾ ਘੋਲ ਦੇਖ ਆਈਏ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ, ਹਾਂ ਗੁਰਮੁਲ ਇੱਕ ਪਛਾਣਦਾ। ਕਹਿੰਦੇ ਮੈਂ ਕੋਈ ਘੋਲ ਨਹੀਂ ਦੇਖਣਾ, ਮੈਂ ਤਾਂ ਆਪਣੇ ਅੰਦਰ ਹੀ ਦੇਖਣਾ। ਕੋ ਸਤਨਾਮ ਸ੍ਰੀ। ਮੈਂ ਗੁਰੂ ਨੂੰ ਮਿਲ ਕੇ ਕੇਵਲ ਤੇ ਕੇਵਲ ਆਪਣੀ ਖੋਜ ਕਰਨੀ ਹੈ। ਸਿੱਖੋ ਤੁਸੀਂ ਵੀ ਆਪਣੀ ਖੋਜ ਕਰਨੀ ਹੈ। ਦੂਇਆ ਕਾ ਗੱਲ ਚਿੱਤ ਨਾ ਜਾਣਦਾ, ਮੇਰੇ ਚਿੱਤ ਵਿੱਚ ਹੋਰ ਕੋਈ ਦੂਸਰੀ ਗੱਲ ਹੀ ਨਹੀਂ ਆਉਣਦੀ। ਦੋਇਆ ਦਵੈਤ ਵੀ ਹੁੰਦੀ ਹੈ। ਮੈਂ ਹਰ ਥਾਂ ਤੇ ਉਸ ਇੱਕ ਨੂੰ ਜਾਣਨਾ ਕਰਦਾ ਹਾਂ, ਮੈਂ ਦੂਸਰੀ ਗੱਲ ਹੀ ਨਹੀਂ ਜਾਣਦਾ। ਦੂਇਆ ਕਾ ਗੱਲ ਚਿੱਤ ਨਾ ਜਾਣਦਾ, ਹਰ ਇੱਕ ਤੈ ਕਾਰੇ ਲਾਇਨ, ਜੋ ਭਾਵੈ ਤਿਵੇਂ ਨਿਭਾਹੇ ਜੀਓ। ਜਿਵੇਂ ਗੁਰੂ ਨੂੰ ਚੰਗਾ ਲੱਗਦਾ ਉਵੇਂ ਨਿਭਾ ਲਵੇਗਾ। ਤੁਸੀਂ ਭੋਗੇ ਹੋ ਪੁੰਚੋ ਭਾਈਓ, ਆਓ ਸਿੱਖੋ ਆਪਾਂ ਸਾਰੇ ਇਸ ਬੋਹਲ ਨੂੰ, ਸਿੱਖੀ ਦੇ ਬੋਹਲ ਨੂੰ, ਨਾਮ ਦੇ ਬੋਹਲ ਨੂੰ ਛਕੀਏ। ਗੁਰੂਆਂ ਨੇ ਬੀਜਿਆ। ਗੁਰੂ ਅੰਗਦ ਦੇਵ ਜੀ ਇੱਕ ਦਿਨ ਇਸ ਤਰ੍ਹਾਂ ਸਮਾਧੀ ਵਿੱਚ ਬੈਠ ਗਏ, ਸਿਮਰਨ 'ਚ ਬੈਠ ਗਏ, ਕਿੰਨਾ ਚਿਰ ਉੱਠੇ ਨਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਮੈਂ ਬਹੁਤ ਬੀਜਿਆ, ਉੱਠੋ ਤੁਸੀਂ ਇਹਨੂੰ ਵੱਢਣਾ ਕਰੋ। ਕੋ ਸਤਨਾਮ ਸ੍ਰੀ। ਤਾਂ ਗੁਰੂ ਅੰਗਦ ਦੇਵ ਜੀ ਦੀ ਉਹ ਸਿੱਖੀ ਦੇ ਪ੍ਰਚਾਰ ਕਰਨ ਦੀ ਡਿਊਟੀ ਲਾਈ। ਕਹਿੰਦੇ ਮੈਂ ਬਹੁਤ ਵਧਾ ਦਿੱਤਾ ਹੈ ਨਾਮ ਦੀ ਕਣੀ,
ਹੁਣ ਤੇ ਇਸ ਕਣੀ ਨੂੰ ਅੱਗੇ ਵੰਡਣੀ ਕਰੋ। ਤੇ ਫਿਰ ਅੱਗੇ ਜਿਵੇਂ ਜਿਵੇਂ ਸਮਾਂ ਆਇਆ ਦਸਾਂ ਗੁਰੂਆਂ ਨੇ ਉਹ ਡਿਊਟੀ ਨਿਭਾਈ, ਨਾਮ ਦੀ ਦਾਤ ਲੋਕਾਂ ਵਿੱਚ ਵੰਡਣੀ ਕੀਤੀ। ਇਸ ਕਰਕੇ ਮੈਂ ਹੋਰ ਕੁਛ ਨਹੀਂ ਜਾਣਦਾ, ਹਰ ਇੱਕ ਤੈ ਕਾਰੇ ਲਾਇਣ। ਮੈਨੂੰ ਜਿਹੜੇ ਕੰਮ ਲਾਇਆ ਮੈਂ ਇਹੀ ਕੰਮ ਕਰਨਾ ਹੈ। ਮੈਂ ਕੋਈ ਮੱਲਾਂ ਦਾ ਘੋਲ ਨਹੀਂ ਵੇਖਣਾ, ਮੈਂ ਕੋਈ ਸੰਸਾਰੀ ਪ੍ਰਵਿਰਤੀ ਵਿੱਚ ਨਹੀਂ ਜਾਣਾ। ਮੈਂ ਸੰਸਾਰ ਤੋਂ ਨਿਵਰਤੀ ਨਾਲ ਜੁੜਿਆ ਹੋਇਆ ਹਾਂ ਅਤੇ ਪਰਮੇਸ਼ਰ ਦਾ ਹੀ ਨਾਮ ਜਪਣਾ ਹੈ ਅਤੇ ਨਾਮ ਜਪਾਉਣਾ ਹੈ। ਮੇਰਾ ਇਹੀ ਕੰਮ ਹੈ। ਗੁਰੂ ਨਾਨਕ ਨੂੰ ਉਹ ਬਹੁਤ ਚੰਗਾ ਲੱਗਦਾ ਜੋ ਆਪ ਜਪੈ ਅਵਰੈ ਨਾਮ ਜਪਾਵੇ, ਸੋ ਗੁਰ ਸੇ ਗੁਰੂ ਮਨ ਭਾਵੇ। ਉਹ ਗੁਰੂ ਨੂੰ ਚੰਗਾ ਲੱਗਦਾ ਹੈ। ਹਰ ਇੱਕ ਤੈ ਕਾਰੇ ਲਾਇਣ, ਮੈਂ ਤੇਰੇ ਲਾਏ ਕੰਮ ਤੇ ਚੱਲਦਾ ਹਾਂ, ਕਰਦਾ ਹਾਂ। ਜੋ ਭਾਵੈ ਤਿਵੇਂ ਨਿਭਾਹੇ ਜੀਓ, ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਨਿਭਾ ਲੈ। ਇਉਂ ਗੁਰੂ ਫਿਰ ਨਿਭਾ ਵੀ ਲੈਂਦਾ ਹੈ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ। ਗੁਰੂ ਅੱਗੇ ਬੇਨਤੀ ਕਰਿਆ ਕਰੋ, ਇਹ ਨਿਭਾ ਵੀ ਲੈਂਦਾ। ਜਿਵੇਂ ਭਾਈ ਤਾਰੂ ਦੀ ਨਿਭਾਈ ਆ, ਕੋ ਸਤਨਾਮ ਸ੍ਰੀ। ਜਿਵੇਂ ਮਤੀ ਦਾਸ, ਸਤੀ ਦਾਸ, ਭਾਈ ਮਨੀ ਸਿੰਘ, ਭਾਈ ਦਿਆਲਾ, ਭਾਈ ਤਾਰੂ, ਉਹਨਾਂ ਸਿੰਘਾਂ ਸ਼ਹੀਦਾਂ ਦੀ ਨਿਭਾਈ ਹੈ, ਇਵੇਂ ਆਪਣੀ ਵੀ ਨਿਭਾ ਲਵੇਗਾ। ਪਰ ਸ਼ਰਤ ਹੈ ਕਿ ਆਪਾਂ ਅਰਦਾਸ ਕਰਿਆ ਕਰੀਏ। ਇਹ ਸੀ ਅੱਜ ਦੇ ਸ਼ਬਦ ਦੇ ਕੁਝ ਪਦਿਆਂ ਦੀ ਵਿਚਾਰ। 3 ਪਦੇ ਸਰਵਣ ਕੀਤੇ, ਅਗਲੇ ਪਦਿਆਂ ਦੇ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।